ਮੇਰਾ ਨਾਮ ਸੁਮਿਤ ਹੈ। ਮੈਂ ਅਮਰੀਕਾ ਵਿੱਚ ਕੰਮ ਕਰਦਾ ਸੀ, ਪਰ ਮੇਰਾ ਅਸਲੀ ਘਰ ਇਲਾਹਾਬਾਦ ਵਿੱਚ ਸੀ। ਮੇਰੀ ਇੱਕ ਕਹਾਣੀ ਤੁਹਾਨੂੰ ਹਸਾਉਣ ਵਾਲੀ ਹੈ। ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਜਦੋਂ ਮੈਂ 5 ਸਾਲਾਂ ਦਾ ਸੀ, ਮੇਰੇ ਮਾਤਾ ਪਿਤਾ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਉਦੋਂ ਤੋਂ ਮੇਰੇ ਵੱਡੇ ਭਰਾ ਨੇ ਮੇਰੀ ਦੇਖਭਾਲ ਕੀਤੀ, ਮੈਨੂੰ ਪੜ੍ਹਾਇਆ ਲਿਖਾਇਆ ਅਤੇ ਇਸ ਕਾਬਲ ਬਣਾਇਆ ਕਿ ਅੱਜ ਮੈਂ ਪੜ੍ਹ ਲਿਖ ਕੇ ਅਮਰੀਕਾ ਵਿੱਚ ਬਹੁਤ ਵਧੀਆ ਕੰਮ ਕਰ ਰਿਹਾ ਹਾਂ। ਹੁਣ ਮੇਰਾ ਵਿਆਹ ਹੋ ਗਿਆ ਹੈ। ਮੇਰੀ ਪਤਨੀ ਦਾ ਨਾਮ ਕਾਜਲ ਹੈ। 6 ਮਹੀਨੇ ਪਹਿਲਾਂ ਹੀ ਮੇਰਾ ਵਿਆਹ ਹੋਇਆ ਸੀ। ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ। ਮੇਰੇ ਇੱਕ ਦੋਸਤ ਦਾ ਵਿਆਹ ਸੀ ਅਤੇ ਉਸ ਦੇ ਵਿਆਹ ਵਿੱਚ ਹੀ ਮੈਂ ਕਾਜਲ ਨੂੰ ਪਹਿਲੀ ਵਾਰ ਦੇਖਿਆ ਸੀ। ਉਹ ਜਵਾਨ ਅਤੇ ਸੁੰਦਰ ਹੋਣ ਦੇ ਨਾਲ ਨਾਲ ਬਹੁਤ ਸ਼ਰਮੀਲੀ ਕੁੜੀ ਸੀ ਅਤੇ ਇਸਨੇ ਮੈਨੂੰ ਉਸ ਦੇ ਬਾਰੇ ਵਿੱਚ ਪਾਗਲ ਬਣਾ ਦਿੱਤਾ। ਮੇਰੇ ਮਾਤਾ ਪਿਤਾ ਨਹੀਂ ਸਨ, ਪਰ ਮੇਰੇ ਵੱਡੇ ਭਰਾ ਅਤੇ ਭਾਬੀ ਉੱਥੇ ਸਨ। ਜਿਵੇਂ ਹੀ ਮੈਂ ਆਪਣੇ ਭਰਾ ਅਤੇ ਭਰਜਾਈ ਨੂੰ ਕਾਜਲ ਬਾਰੇ ਦੱਸਿਆ ਤਾਂ ਮੇਰੀ ਭਰਜਾਈ ਬਹੁਤ ਖੁਸ਼ ਹੋਈ ਅਤੇ ਕਿਹਾ ਕਿ ਇਹ ਬਹੁਤ ਚੰਗੀ ਗੱਲ ਹੈ। ਮੈਨੂੰ ਵੀ ਕਿਸੇ ਦਾ ਸਹਾਰਾ ਮਿਲੇਗਾ ਅਤੇ ਤੁਹਾਡਾ ਘਰ ਵੀ ਵਸ ਜਾਵੇਗਾ। ਚੰਗਾ, ਚਲੋ ਮੈਂ ਵੀ ਕੁੜੀ ਲੱਭਣ ਦੇ ਝੰਜਟ ਤੋਂ ਬਚ ਜਾਵਾਂਗੀ। ਮੈਂ ਕੁਝ ਦਿਨਾਂ ਲਈ ਅਮਰੀਕਾ ਤੋਂ ਛੁੱਟੀਆਂ ਲੈ ਕੇ ਆਇਆ ਹੋਇਆ ਸੀ, ਕਿਉਂਕਿ ਮੇਰੀ ਨੌਕਰੀ ਬਾਹਰ ਸੀ ਅਤੇ ਮੈਂ ਸਾਲਾਂ ਤੋਂ ਉੱਥੇ ਕੰਮ ਕਰਦਾ ਸੀ। ਇਸੇ ਲਈ ਮੈਂ ਆਪਣੀ ਭਾਬੀ ਨੂੰ ਝੱਟ ਮੰਗਣੀ ਪੱਟ ਵਿਆਹ ਕਰਨ ਲਈ ਕਿਹਾ। ਮੈਂ 2 ਸਾਲਾਂ ਤੋਂ ਪਹਿਲਾਂ ਇੱਥੇ ਵਾਪਸ ਨਹੀਂ ਆ ਸਕਾਂਗਾ। ਭਾਬੀ ਮੇਰਾ ਰਿਸ਼ਤਾ ਲੈ ਕੇ ਕਾਜਲ ਦੇ ਘਰ ਚਲੀ ਗਈ। ਕਾਜਲ ਦੇ ਪਰਿਵਾਰ ਵਾਲੇ ਵੀ ਬਹੁਤ ਖੁਸ਼ ਹੋਏ ਅਤੇ ਇਸ ਰਿਸ਼ਤੇ ਲਈ ਰਾਜ਼ੀ ਹੋ ਗਏ। ਇਸੇ ਤਰ੍ਹਾਂ 1 ਮਹੀਨੇ ਦੇ ਅੰਦਰ ਅੰਦਰ ਮੇਰਾ ਅਤੇ ਕਾਜਲ ਦਾ ਵਿਆਹ ਹੋ ਗਿਆ ਅਤੇ ਉਹ ਮੇਰੀ ਦੁਲਹਨ ਬਣ ਕੇ ਸਾਡੇ ਘਰ ਆਈ। ਵਿਆਹ ਦੀ ਪਹਿਲੀ ਰਾਤ ਸੀ। ਮੈਂ ਕਾਜਲ 'ਤੇ ਆਪਣਾ ਪੂਰਾ ਹੱਕ ਜਤਾਇਆ ਸੀ ਅਤੇ ਨਾਲ ਹੀ ਉਸ ਨੂੰ ਕਿਹਾ ਸੀ ਕਿ ਮੇਰਾ ਵੱਡਾ ਭਰਾ ਮੇਰੇ ਪਿਤਾ ਦੀ ਥਾਂ ਹੈ ਅਤੇ ਉਸ ਨੇ ਮੈਨੂੰ ਹਮੇਸ਼ਾ ਆਪਣੇ ਬੱਚੇ ਵਾਂਗ ਪਾਲਿਆ ਹੈ ਅਤੇ ਮੇਰੇ ਨਾਲ ਆਪਣੇ ਬੱਚੇ ਵਾਂਗ ਪੇਸ਼ ਆਇਆ ਹੈ। ਉਸ ਨੇ ਮੇਰੀ ਹਰ ਲੋੜ ਪੂਰੀ ਕੀਤੀ ਹੈ, ਇਸ ਲਈ ਉਹ ਮੇਰੇ ਵੱਡੇ ਭਰਾ ਦੀ ਹਰ ਗੱਲ ਨੂੰ ਹਮੇਸ਼ਾ ਧਿਆਨ ਵਿੱਚ ਰੱਖੇਗੀ ਅਤੇ ਉਸ ਨੂੰ ਕਦੇ ਵੀ ਸ਼ਿਕਾਇਤ ਕਰਨ ਦਾ ਮੌਕਾ ਨਹੀਂ ਦੇਵੇਗੀ। ਵਿਆਹ ਦੇ ਮਹੀਨੇ ਬਾਅਦ ਮੇਰੀਆਂ ਛੁੱਟੀਆਂ ਪੂਰੀਆਂ ਹੋ ਗਈਆਂ ਤਾਂ ਮੈਂ ਟੁੱਟੇ ਦਿਲ ਨਾਲ ਉਸ ਨੂੰ ਛੱਡ ਕੇ ਅਮਰੀਕਾ ਚਲਾ ਗਿਆ। ਆਪਣੀ ਪਿਆਰੀ ਪਤਨੀ ਨੂੰ ਛੱਡ ਕੇ ਇਕੱਲੇ ਰਹਿਣ ਦਾ ਖਿਆਲ ਇੱਕ ਮੁਸ਼ਕਲ ਅਹਿਸਾਸ ਸੀ ਅਤੇ ਮੈਨੂੰ ਸਮਾਂ ਪਾਸ ਕਰਨਾ ਪਿਆ। ਮੈਨੂੰ 2 ਸਾਲ ਦਾ ਵਿਛੋੜਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਕਰਨਾ ਪਿਆ। ਮੈਨੂੰ ਅਮਰੀਕਾ ਆਏ ਨੂੰ 1 ਮਹੀਨਾ ਹੀ ਬੀਤਿਆ ਸੀ ਅਤੇ ਜਦੋਂ ਵੀ ਉਹ ਮੇਰੇ ਨਾਲ ਫੋਨ 'ਤੇ ਗੱਲ ਕਰਦੀ ਸੀ ਤਾਂ ਉਹ ਦੁਖੀ ਹੋ ਕੇ ਰੋਣ ਲੱਗ ਜਾਂਦੀ ਸੀ। ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਮੇਰੀ ਜਾਨ ਨਿਕਲ ਗਈ। ਮੈਂ ਝੱਟ ਪੁੱਛਿਆ, ਕਾਜਲ ਦੱਸ ਕੀ ਹੋਇਆ? ਤੁਸੀਂ ਇਸ ਤਰ੍ਹਾਂ ਕਿਉਂ ਰੋ ਰਹੇ ਹੋ? ਉਹ ਨੀਵੇਂ ਲਹਿਜੇ ਵਿੱਚ ਕਹਿਣ ਲੱਗੀ ਕਿ ਤੁਸੀਂ ਘਰ ਪਰਤ ਆਓ, ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ। ਮੈਨੂੰ ਇੱਥੇ ਚੰਗਾ ਨਹੀਂ ਲੱਗਦਾ। ਮੈਂ ਉਸ ਨੂੰ ਇਹ ਦੱਸਣ ਲਈ ਕਿਹਾ ਹੁੰਦਾ ਕਿ ਉਸ ਨੂੰ ਕਿਉਂ ਨਹੀਂ ਲੱਗਦਾ ਕਿ ਤੁਹਾਡੀ ਦੇਖਭਾਲ ਕਰਨ ਲਈ ਉੱਥੇ ਇੱਕ ਭਾਬੀ ਅਤੇ ਭਰਾ ਮੌਜੂਦ ਹਨ। ਫਿਰ ਵੀ ਉਹ ਰੋਂਦੀ ਰਹੀ ਅਤੇ ਕਿਹਾ ਕਿ ਤੁਸੀਂ ਜਲਦੀ ਘਰ ਵਾਪਸ ਆ ਜਾਓ। ਮੈਂ ਸੋਚਿਆ ਸ਼ਾਇਦ ਉਹ ਮੈਨੂੰ ਯਾਦ ਕਰ ਰਹੀ ਹੈ ਅਤੇ ਇਸੇ ਲਈ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਹੈ। ਮੈਂ ਉਸ ਨੂੰ ਪਿਆਰ ਨਾਲ ਸਮਝਾਇਆ ਕਿ ਇਸ ਤਰ੍ਹਾਂ ਬਾਰ-ਬਾਰ ਵਾਪਸ ਆਉਣਾ ਮੇਰੇ ਲਈ ਆਸਾਨ ਨਹੀਂ ਹੈ। ਮੇਰੀ ਨੌਕਰੀ ਛੁੱਟ ਸਕਦੀ ਹੈ ਅਤੇ ਤੈਨੂੰ ਦੁਬਾਰਾ ਮੇਰੇ ਨਾਲ ਇਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ, ਕਿਉਂਕਿ ਮੇਰੇ ਲਈ ਇਸ ਤਰ੍ਹਾਂ ਉਸ ਤੋਂ ਦੂਰ ਸਮਾਂ ਬਿਤਾਉਣਾ ਮੁਸ਼ਕਲ ਹੋ ਜਾਂਦਾ ਹੈ। ਮੇਰੀ ਗੱਲ ਸੁਣ ਕੇ ਉਹ ਚੁੱਪ ਹੋ ਗਈ। ਫਿਰ ਉਸਨੇ ਕਦੇ ਵੀ ਵਾਪਸੀ ਦਾ ਜ਼ਿਕਰ ਨਹੀਂ ਕੀਤਾ ਅਤੇ ਮੈਂ ਸੋਚਿਆ ਕਿ ਸਭ ਕੁਝ ਠੀਕ ਸੀ। ਮੈਂ ਕਾਜਲ ਅਤੇ ਘਰ ਨੂੰ ਬਹੁਤ ਯਾਦ ਕਰ ਰਿਹਾ ਸੀ। ਮੈਂ ਕੁਝ ਦਿਨਾਂ ਦੀ ਛੁੱਟੀ ਲੈ ਕੇ ਘਰ ਵਾਪਸ ਜਾਣ ਬਾਰੇ ਸੋਚਿਆ। ਮੈਂ ਆਪਣੇ ਦਫ਼ਤਰ ਵਿੱਚ ਅਰਜ਼ੀ ਦਿੱਤੀ। ਮੈਨੂੰ ਛੁੱਟੀ ਦਾ ਮਨਜ਼ੂਰੀ ਮਿਲ ਗਈ। ਮੈਂ ਸੋਚਿਆ ਕਿ ਫੋਨ ਕਰਕੇ ਨਾ ਦੱਸਾਂ ਕਿ ਮੈਂ ਘਰ ਵਾਪਸ ਆ ਰਿਹਾ ਹਾਂ। ਮੈਂ ਸਾਰਿਆਂ ਨੂੰ ਹੈਰਾਨ ਕਰਨਾ ਚਾਹੁੰਦਾ ਸੀ। ਮੈਂ ਅਚਾਨਕ ਘਰ ਪਰਤਿਆ ਸੀ। ਕਾਜਲ ਨੂੰ ਵੀ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ, ਪਰ ਕਾਜਲ ਦਾ ਚਿਹਰਾ ਦੇਖ ਕੇ ਮੈਂ ਖੁਦ ਵੀ ਹੈਰਾਨ ਰਹਿ ਗਿਆ। ਇਸ ਲਈ ਉਹ ਇਸ ਤਰ੍ਹਾਂ ਵਿਵਹਾਰ ਕਰ ਰਹੀ ਸੀ ਜਿਵੇਂ ਉਸ ਨੂੰ ਮੇਰਾ ਆਉਣਾ ਬਿਲਕੁਲ ਵੀ ਪਸੰਦ ਨਹੀਂ ਸੀ ਜਾਂ ਉਸ ਨੂੰ ਮੇਰੀ ਮੌਜੂਦਗੀ ਵਿੱਚ ਇੱਥੇ ਕੋਈ ਸਮੱਸਿਆ ਸੀ। ਕਾਜਲ ਦੇ ਚਿਹਰੇ ਦਾ ਹਾਵ ਭਾਵ ਬੜੇ ਅਜੀਬ ਸਨ। ਕਾਜਲ ਨਾਲ ਮਿਲ ਕੇ ਭਰਾ ਵੀ ਅਜਿਹਾ ਵਿਵਹਾਰ ਕਰਦਾ ਸੀ। ਭਾਈ ਵੀ ਮੈਨੂੰ ਦੇਖ ਕੇ ਖੁਸ਼ ਨਹੀਂ ਸੀ, ਪਰ ਉਸ ਨੇ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਸੀ
ਕਿ ਤੈਨੂੰ ਇਸ ਤਰ੍ਹਾਂ ਆਉਣ ਦੀ ਕੀ ਲੋੜ ਸੀ? ਤੁਹਾਡੀਆਂ ਛੁੱਟੀਆਂ ਵਿੱਚ ਅਜੇ ਬਹੁਤ ਸਮਾਂ ਸੀ। ਮੈਂ ਸੋਚਿਆ ਸੀ ਕਿ ਮੇਰੀ ਪਤਨੀ ਅਤੇ ਮੇਰੇ ਭਰਾ ਮੈਨੂੰ ਦੇਖ ਕੇ ਬਹੁਤ ਖੁਸ਼ ਹੋਣਗੇ। ਮੈਂ ਉਸਦੇ ਅਜੀਬੋ-ਗਰੀਬ ਸਵਾਲਾਂ ਤੋਂ ਬਹੁਤ ਹੈਰਾਨ ਹੋਇਆ ਅਤੇ ਆਪਣੇ ਭਰਾ ਨੂੰ ਕਿਹਾ ਕਿ ਮੇਰੀ ਤਬੀਅਤ ਠੀਕ ਨਹੀਂ ਹੈ। ਮੈਨੂੰ ਘਰ ਦੀ ਬਹੁਤ ਯਾਦ ਆ ਰਹੀ ਸੀ, ਇਸੇ ਲਈ ਮੈਂ ਕੁਝ ਦਿਨਾਂ ਲਈ ਵਾਪਸ ਆਇਆ ਹਾਂ। ਮੈਂ ਦੇਖਿਆ ਕਿ ਮੇਰੀ ਭਰਜਾਈ ਘਰ ਵਿੱਚ ਮੌਜੂਦ ਨਹੀਂ ਸੀ। ਕਾਜਲ ਨੇ ਮੈਨੂੰ ਦੱਸਿਆ ਕਿ ਭਾਬੀ ਦੀ ਸਿਹਤ ਠੀਕ ਨਹੀਂ ਹੈ, ਉਹ ਆਪਣੇ ਪੇਕੇ ਘਰ ਚਲੀ ਗਈ ਹੈ। ਇਹ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋ ਗਿਆ। ਮੈਂ ਆਪਣੀ ਭਾਬੀ ਨੂੰ ਬਹੁਤ ਪਿਆਰ ਕਰਦਾ ਸੀ। ਜਦੋਂ ਮੈਂ ਉਸ ਨੂੰ ਮਿਲਣ ਦੀ ਗੱਲ ਕੀਤੀ ਤਾਂ ਭਰਾ ਨੇ ਮੈਨੂੰ ਰੋਕ ਲਿਆ ਅਤੇ ਕਿਹਾ ਕਿ ਜੇਕਰ ਉਹ ਤੁਹਾਨੂੰ ਦੇਖ ਲਵੇਗੀ ਤਾਂ ਉਹ ਇੱਥੇ ਆਉਣ ਦੀ ਜਿੱਦ ਕਰੇਗੀ। ਉਸ ਦੀ ਸਿਹਤ ਬਹੁਤ ਖਰਾਬ ਹੈ, ਉਸ ਨੂੰ ਕੁਝ ਦਿਨ ਆਰਾਮ ਕਰਨ ਦਿਓ। ਕੁਝ ਦਿਨਾਂ ਬਾਅਦ ਮੈਂ ਆਪ ਉਸ ਨੂੰ ਵਾਪਸ ਲਿਆਵਾਂਗਾ। ਮੈਂ ਭਰਾ ਦੀ ਗੱਲ ਸੁਣ ਕੇ ਰੁਕ ਗਿਆ। ਕਾਜਲ ਹਰ ਸਮੇਂ ਘਰ ਦੇ ਕੰਮਾਂ ਵਿੱਚ ਰੁੱਝੀ ਰਹਿੰਦੀ ਸੀ ਅਤੇ ਜਦੋਂ ਉਹ ਰਾਤ ਨੂੰ ਕਮਰੇ ਵਿੱਚ ਆਉਂਦੀ ਸੀ ਤਾਂ ਉਸ ਦਾ ਅੰਦਾਜ਼ ਉਸ ਤਰ੍ਹਾਂ ਦਾ ਨਹੀਂ ਸੀ ਜਿਵੇਂ ਮੈਨੂੰ ਉਮੀਦ ਸੀ। ਕਾਫੀ ਦੇਰ ਬਾਅਦ ਉਸ ਕੋਲ ਵਾਪਸ ਆਈ ਅਤੇ ਉਹ ਬਿਲਕੁਲ ਸਧਾਰਨ ਵਿਹਾਰ ਕਰ ਰਹੀ ਸੀ। ਨਾ ਹੀ ਉਸ ਵਿੱਚ ਜਜ਼ਬਾਤ ਦੀ ਕੋਈ ਲਾਲਸਾ ਸੀ, ਨਾ ਹੀ ਮਿਲਣ ਦੀ ਇੱਛਾ। ਉਹ ਮੇਰੇ ਕੋਲ ਆ ਕੇ ਅੱਖਾਂ ਬੰਦ ਕਰਕੇ ਲੇਟ ਗਈ, ਜਿਵੇਂ ਉਹ ਸੌਣਾ ਚਾਹੁੰਦੀ ਹੋਵੇ। ਸ਼ਾਇਦ ਉਹ ਮੇਰੇ ਨਾਲ ਕਿਸੇ ਗੱਲੋਂ ਨਾਰਾਜ਼ ਹੈ ਅਤੇ ਇਸੇ ਲਈ ਮੈਂ ਉਸ ਨੂੰ ਮਨਾਉਣ ਲਈ ਉਸ ਵੱਲ ਹੱਥ ਵਧਾ ਦਿੱਤਾ। ਪਰ ਉਸਨੇ ਬੜੀ ਆਸਾਨੀ ਨਾਲ ਮੇਰਾ ਹੱਥ ਹਿਲਾ ਦਿੱਤਾ ਅਤੇ ਕਹਿਣ ਲੱਗੀ ਕਿ ਮੈਂ ਬਹੁਤ ਥੱਕ ਗਈ ਹਾਂ, ਕਿਰਪਾ ਕਰਕੇ ਮੈਨੂੰ ਸੌਣ ਦਿਓ। ਇਹ ਕਹਿ ਕੇ ਉਸਨੇ ਕਮਰੇ ਦੀ ਲਾਈਟ ਵੀ ਬੰਦ ਕਰ ਦਿੱਤੀ। ਮੇਰੀਆਂ ਸਾਰੀਆਂ ਇੱਛਾਵਾਂ ਮਿੱਟੀ ਹੋ ਗਈਆਂ। ਮੈਂ ਚੁੱਪ ਰਿਹਾ। ਜਿਸ ਔਰਤ ਲਈ ਮੈਂ ਨੌਕਰੀ ਛੱਡ ਕੇ ਵਾਪਸ ਆ ਗਿਆ ਸੀ, ਉਸਨੇ ਮੇਰੀ ਬਿਲਕੁਲ ਵੀ ਪਰਵਾਹ ਨਹੀਂ ਕੀਤੀ। ਕਿਸ ਅੰਦਾਜ਼ ਵਿੱਚ ਉਸਨੇ ਮੇਰਾ ਹੱਥ ਹਿਲਾ ਦਿੱਤਾ। ਮੇਰੀ ਇੱਜ਼ਤ ਨੂੰ ਬਹੁਤ ਠੇਸ ਲੱਗੀ, ਇਸ ਲਈ ਮੈਂ ਆਪ ਹੀ ਉਸ ਤੋਂ ਮੂੰਹ ਮੋੜ ਕੇ ਸੌ ਗਿਆ। ਪਰ ਅੱਧੀ ਰਾਤ ਨੂੰ ਮੈਨੂੰ ਲੱਗਾ ਜਿਵੇਂ ਕਾਜਲ ਬਿਸਤਰਾ ਛੱਡ ਕੇ ਕਿਤੇ ਚਲੀ ਗਈ ਹੋਵੇ। ਕਮਰੇ ਦੇ ਨਾਲ ਇੱਕ ਬਾਥਰੂਮ ਜੁੜਿਆ ਹੋਇਆ ਸੀ, ਫਿਰ ਉਹ ਬਾਹਰ ਕਿੱਥੇ ਗਈ? ਮੈਂ ਵੀ ਜਾਣ-ਬੁੱਝ ਕੇ ਇੰਨੇ ਦਿਨਾਂ ਤੋਂ ਉਸ ਤੋਂ ਦੂਰੀ ਬਣਾਈ ਰੱਖੀ ਸੀ। ਜਦੋਂ ਮੈਂ ਉਸਦੇ ਪਿੱਛੇ ਕਮਰੇ ਵਿੱਚੋਂ ਬਾਹਰ ਆਇਆ ਤਾਂ ਮੈਂ ਉਸ ਨੂੰ ਆਪਣੇ ਭਰਾ ਦੇ ਕਮਰੇ ਵਿੱਚ ਜਾਂਦੀ ਦੇਖਿਆ। ਰਾਤ ਦੇ ਇਸ ਸਮੇਂ ਉਸ ਦਾ ਭਰਾ ਦੇ ਕਮਰੇ ਵਿੱਚ ਕੀ ਕੰਮ ਸੀ, ਜਦੋਂ ਭਾਬੀ ਵੀ ਘਰ ਨਹੀਂ ਸੀ? ਮੈਂ ਸੋਚ ਰਿਹਾ ਸੀ ਕਿ ਮੈਨੂੰ ਆਪਣੇ ਭਰਾ ਅਤੇ ਕਾਜਲ ਦੋਹਾਂ 'ਤੇ ਬਹੁਤ ਵਿਸ਼ਵਾਸ ਹੈ, ਇਸ ਲਈ ਮੇਰੇ ਦਿਲ ਵਿੱਚ ਇੱਕ ਵਾਰ ਵੀ ਉਸ ਵਿਰੁੱਧ ਕੁਝ ਨਹੀਂ ਸੀ ਅਤੇ ਮੈਂ ਭਰਾ ਦੇ ਕਮਰੇ ਵੱਲ ਵਧਿਆ। ਹੋ ਸਕਦਾ ਹੈ ਕਿ ਉਹ ਉੱਥੇ ਕਿਸੇ ਕੰਮ ਲਈ ਗਈ ਹੋਵੇ। ਪਰ ਜਿਵੇਂ ਹੀ ਮੈਂ ਕਮਰੇ ਦੇ ਦਰਵਾਜ਼ੇ 'ਤੇ ਪਹੁੰਚਿਆ ਤਾਂ ਇੰਜ ਜਾਪਦਾ ਸੀ ਜਿਵੇਂ ਮੇਰੀਆਂ ਲੱਤਾਂ ਸੰਗਲਾਂ ਨਾਲ ਬੰਨੀਆਂ ਹੋਣ। ਕਮਰੇ ਦੇ ਅੰਦਰੋਂ ਆ ਰਹੀਆਂ ਆਵਾਜ਼ਾਂ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ। ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਮੇਰੀ ਪਤਨੀ ਮੇਰੀ ਪਿੱਠ ਪਿੱਛੇ ਅਜਿਹੀਆਂ ਘਿਨੌਣੀਆਂ ਹਰਕਤਾਂ ਕਰ ਸਕਦੀ ਹੈ। ਜੇ ਮੈਂ ਚਾਹੁੰਦਾ ਤਾਂ ਉਸੇ ਵੇਲੇ ਕਮਰੇ ਵਿੱਚ ਵੜ ਕੇ ਕਾਜਲ ਅਤੇ ਮੇਰੇ ਭਰਾ ਨੂੰ ਰੰਗੇ ਹੱਥੀਂ ਫੜ ਲਿਆ ਹੁੰਦਾ। ਪਰ ਅਜਿਹਾ ਕਰਨ ਨਾਲ ਹਰ ਰਿਸ਼ਤੇ ਦਾ ਭਰਮ ਟੁੱਟ ਜਾਂਦਾ ਹੈ ਅਤੇ ਮੈਂ ਇਸ ਭੀੜ ਭੜੱਕੇ ਵਾਲੀ ਦੁਨੀਆ ਵਿੱਚ ਇਕੱਲਾ ਰਹਿ ਜਾਂਦਾ। ਇਸ ਲਈ ਮੈਂ ਸਬਰ ਤੋਂ ਕੰਮ ਲਿਆ ਸੀ ਅਤੇ ਸੋਚਿਆ ਸੀ ਕਿ ਮੈਂ ਕਾਜਲ ਦੇ ਮੂੰਹੋਂ ਸਭ ਕੁਝ ਜਾਣ ਕੇ ਰਹਾਂਗਾ ਕਿ ਉਸ ਨੇ ਅੱਧੀ ਰਾਤ ਨੂੰ ਮੈਨੂੰ ਛੱਡ ਕੇ ਮੇਰੇ ਭਰਾ ਦੇ ਕਮਰੇ ਵਿੱਚ ਜਾਣਾ ਕਿਉਂ ਜ਼ਰੂਰੀ ਸਮਝਿਆ। ਮੈਂ ਕਮਰੇ ਵਿੱਚ ਜਾ ਕੇ ਬੈਠ ਗਿਆ ਅਤੇ ਫਿਰ ਕਾਫੀ ਦੇਰ ਬਾਅਦ ਜਦੋਂ ਕਾਜਲ ਵਾਪਸ ਆਈ ਤਾਂ ਮੈਨੂੰ ਦੇਖ ਕੇ ਉਸ ਦੇ ਚਿਹਰੇ ਦਾ ਰੰਗ ਬਦਲ ਗਿਆ। ਜਦੋਂ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਕਿੱਥੇ ਗਏ ਸੀ ਤਾਂ ਉਹ ਘਬਰਾ ਗਈ ਅਤੇ ਕਹਿਣ ਲੱਗੀ ਕਿ ਮੈਂ ਹਵਾ ਲੈਣ ਲਈ ਛੱਤ 'ਤੇ ਗਈ ਸੀ। ਉਸ ਦੇ ਝੂਠ ਨੇ ਮੇਰੇ ਸ਼ੱਕ ਨੂੰ ਵਿਸ਼ਵਾਸ ਵਿੱਚ ਬਦਲ ਦਿੱਤਾ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਉਹ ਮੇਰੀਆਂ ਅੱਖਾਂ ਵਿੱਚ ਮਿੱਟੀ ਪਾ ਰਹੀ ਹੈ। ਪਰ ਮੇਰਾ ਭਰਾ ਅਜਿਹਾ ਕਿਵੇਂ ਕਰ ਸਕਦਾ ਸੀ? ਉਹ ਮੇਰਾ ਅਸਲੀ ਭਰਾ ਹੈ, ਜਿਸ ਨੂੰ ਮੈਂ ਆਪਣੇ ਪਿਤਾ ਦਾ ਦਰਜਾ ਦਿੱਤਾ ਸੀ ਅਤੇ ਮੇਰਾ ਭਰਾ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ। ਉਹ ਆਪਣੀ ਪਤਨੀ ਨੂੰ ਧੋਖਾ ਨਹੀਂ ਦੇ ਸਕਦਾ ਸੀ। ਤਾਂ ਅੱਧੀ ਰਾਤ ਨੂੰ ਮੇਰੀ ਪਤਨੀ ਅਤੇ ਉਸ ਦੇ ਵਿਚਕਾਰ ਕੀ ਚੱਲ ਰਿਹਾ ਸੀ? ਮੇਰੀ ਭਰਜਾਈ ਆਪਣੇ ਪੇਕੇ ਘਰ ਕਿਉਂ ਗਈ, ਜਦੋਂ ਕਿ ਅੱਜ ਤੱਕ ਮੈਂ ਕਦੇ ਆਪਣੀ ਭਰਜਾਈ ਨੂੰ ਆਪਣੇ ਪੇਕੇ ਘਰ ਰਹਿੰਦੇ ਨਹੀਂ ਦੇਖਿਆ ਸੀ। ਮੇਰੇ ਅੰਦਰ ਇੱਕ ਤੂਫਾਨ ਉੱਠ ਰਿਹਾ ਸੀ ਅਤੇ ਇਹ ਤੂਫਾਨ ਉਦੋਂ ਹੀ ਖਤਮ ਹੋਣਾ ਸੀ ਜਦੋਂ ਸੱਚ ਮੇਰੇ ਸਾਹਮਣੇ ਪੂਰੀ ਤਰ੍ਹਾਂ ਆ ਜਾਂਦਾ। ਮੈਂ ਪੂਰੇ 3 ਮਹੀਨੇ ਇੱਥੇ ਨਹੀਂ ਸੀ ਅਤੇ ਉਹਨਾਂ 3 ਮਹੀਨਿਆਂ ਵਿੱਚ ਮੇਰੇ ਪਿੱਛੋਂ ਜੋ ਕੁਝ ਇੱਥੇ ਵਾਪਰਿਆ ਸੀ ਉਸ ਨੂੰ ਵੇਖਦਿਆਂ 15 ਦਿਨ ਬੀਤ ਗਏ। ਮੈਂ ਇਹ ਸਭ ਜਾਣਨਾ ਚਾਹੁੰਦਾ ਸੀ,
ਪਰ ਇਸ ਤੋਂ ਪਹਿਲਾਂ ਮੈਨੂੰ ਆਪਣੀ ਪਤਨੀ ਨੂੰ ਆਪਣੇ ਭਰਾ ਦੇ ਕਮਰੇ ਵਿੱਚ ਜਾਣ ਤੋਂ ਰੋਕਣਾ ਪਿਆ। ਅਗਲੇ ਦਿਨ ਮੇਰੀ ਪਤਨੀ ਸ਼ੀਸ਼ੇ ਦੇ ਸਾਹਮਣੇ ਖੜੀ ਤਿਆਰ ਹੋ ਰਹੀ ਸੀ ਅਤੇ ਮੈਂ ਮੰਜੇ ਤੇ ਲੇਟ ਕੇ ਉਸ ਨੂੰ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਸੀ। ਉਸ ਦੀਆਂ ਨਜ਼ਰਾਂ ਵਿੱਚ ਮੈਂ ਸੁੱਤਾ ਹੋਇਆ ਸੀ, ਪਰ ਮੈਂ ਅਸਲ ਵਿੱਚ ਜਾਗਦਾ ਸੀ। ਰਾਤ ਦੇ ਇਸ ਸਮੇਂ ਆਪਣੀ ਪਤਨੀ ਨੂੰ ਤਿਆਰ ਹੁੰਦੇ ਦੇਖ ਕੇ ਮੈਂ ਬਿਲਕੁਲ ਵੀ ਖੁਸ਼ ਨਹੀਂ ਸੀ, ਕਿਉਂਕਿ ਮੇਰੀ ਪਤਨੀ ਮੇਰੇ ਲਈ ਤਿਆਰ ਨਹੀਂ ਹੋ ਰਹੀ ਸੀ, ਸਗੋਂ ਉਸ ਦੀ ਤਿਆਰੀ ਮੇਰੇ ਵੱਡੇ ਭਰਾ ਲਈ ਸੀ। ਮੇਰਾ ਉਹ ਵੱਡਾ ਭਰਾ ਜਿਸ ਨੂੰ ਮੈਂ ਆਪਣੇ ਪਿਤਾ ਦਾ ਦਰਜਾ ਦਿੱਤਾ ਸੀ। ਮੇਰੀ ਪਤਨੀ ਅੱਧੀ ਰਾਤ ਨੂੰ ਉਸ ਦੇ ਕਮਰੇ ਵਿੱਚ ਜਾਂਦੀ ਸੀ ਅਤੇ ਮੈਂ ਇਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉੱਥੇ ਕੀ ਹੁੰਦਾ ਹੈ। ਹਮੇਸ਼ਾ ਵਾਂਗ ਇਸ ਭੇਦ ਵਿੱਚ ਵੀ ਮੇਰਾ ਦਿਲ ਚਾਹੁੰਦਾ ਸੀ ਕਿ ਮੈਂ ਉੱਠ ਕੇ ਆਪਣੀ ਪਤਨੀ ਦਾ ਹੱਥ ਫੜ ਕੇ ਉਸ ਨੂੰ ਆਪਣੇ ਵੱਡੇ ਭਰਾ ਦੇ ਕਮਰੇ ਵਿੱਚ ਜਾਣ ਤੋਂ ਰੋਕਾਂ, ਪਰ ਮੈਂ ਬੇਵੱਸ ਸੀ। ਮੇਰੇ ਕੋਲ ਆਪਣੀ ਪਤਨੀ ਨੂੰ ਮੇਰੇ ਵੱਡੇ ਭਰਾ ਕੋਲ ਜਾਂਦੇ ਦੇਖਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ, ਕਿਉਂਕਿ ਉਸ ਨੂੰ ਰੋਕਣ ਦੀ ਲੋੜ ਦੇ ਨਤੀਜੇ ਬਹੁਤ ਭਿਆਨਕ ਹੋਣਗੇ। ਮੇਰੀ ਪਤਨੀ ਕਾਜਲ ਸਿਰਫ 20 ਸਾਲ ਦੀ ਸੀ। ਮੈਂ ਬੇਚੈਨ ਸੀ ਅਤੇ ਇੱਧਰ ਉੱਧਰ ਭਟਕ ਰਹੀ ਸੀ। ਜਦੋਂ ਕੁਝ ਹੋਰ ਸਮਾਂ ਬੀਤ ਗਿਆ ਤਾਂ ਮੈਂ ਉਸ ਕੋਲ ਆਈ ਅਤੇ ਕਿਹਾ ਕਿ ਤੁਸੀਂ ਕਦੋਂ ਤੱਕ ਜਾਗੋਗੇ? ਬਹੁਤ ਦੇਰ ਹੋ ਗਈ ਹੈ। ਟੀਵੀ ਅਤੇ ਲਾਈਟ ਬੰਦ ਕਰੋ ਅਤੇ ਸੋ ਜਾਓ। ਇਸ ਲਈ ਮੈਂ ਅੱਗੇ ਵੱਧ ਕੇ ਟੀਵੀ ਅਤੇ ਲਾਈਟ ਬੰਦ ਕਰ ਦਿੱਤੀਆਂ। ਉਹ ਅੱਖਾਂ ਬੰਦ ਕਰਕੇ ਮੰਜੇ ਤੇ ਲੇਟ ਗਈ। ਮੈਂ ਵੀ ਚੁੱਪ ਕਰਕੇ ਲੇਟ ਗਿਆ। ਜਦੋਂ ਕੁਝ ਦੇਰ ਬਾਅਦ ਉਸ ਨੂੰ ਲੱਗਾ ਕਿ ਮੈਂ ਸੌਂ ਗਿਆ ਹਾਂ ਤਾਂ ਉਹ ਪਿਛਲੀ ਰਾਤ ਵਾਂਗ ਫਿਰ ਤਿਆਰ ਹੋ ਕੇ ਕਮਰੇ ਵਿੱਚੋਂ ਬਾਹਰ ਆਈ ਅਤੇ ਮੇਰੇ ਦਿਲ ਵਿੱਚ ਅੱਗ ਜਗ ਗਈ। ਉਸ ਦੇ ਜਾਂਦੇ ਹੀ ਮੈਂ ਵੀ ਕਮਰੇ ਤੋਂ ਬਾਹਰ ਆਇਆ ਤਾਂ ਦੇਖਿਆ ਕਿ ਉਹ ਭਰਾ ਦੇ ਕਮਰੇ 'ਚ ਦਾਖਲ ਹੋ ਕੇ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ ਸੀ। ਮੈਂ ਤੁਰੰਤ ਸਟੂਲ 'ਤੇ ਖੜਾ ਹੋਇਆ ਅਤੇ ਰੋਸ਼ਨਦਾਨ ਦੇ ਅੰਦਰ ਦੀ ਝਾਤੀ ਮਾਰੀ ਅਤੇ ਅੰਦਰ ਦਾ ਨਜ਼ਾਰਾ ਦੇਖ ਕੇ ਮੇਰੇ ਹੋਸ਼ ਉੱਡ ਗਏ। ਮੇਰੀ ਪਤਨੀ ਮੇਰੇ ਭਰਾ ਦੇ ਨੇੜੇ ਖੜੀ ਸੀ ਅਤੇ ਮੇਰੇ ਭਰਾ ਦੇ ਹੱਥ ਵਿੱਚ ਬਲਦੀ ਹੋਈ ਮੋਮਬੱਤੀ ਸੀ ਜੋ ਉਸ ਨੇ ਕਾਜਲ ਦੇ ਹਥੇਲੀ 'ਤੇ ਰੱਖੀ ਸੀ, ਅਤੇ ਕਾਜਲ ਬੇਜਾਨ ਬੁੱਤ ਵਾਂਗ ਬਿਲਕੁਲ ਚੁੱਪ ਸੀ। ਉਸ ਤੋਂ ਬਾਅਦ ਜੋ ਹੋਇਆ ਉਸ ਨੇ ਮੈਨੂੰ ਹਲੂਣ ਦਿੱਤਾ। ਕਾਜਲ ਉਹ ਸਭ ਕੁਝ ਕਰ ਰਹੀ ਸੀ ਜੋ ਭਰਾ ਉਸ ਤੋਂ ਕਰਵਾਉਣਾ ਚਾਹੁੰਦਾ ਸੀ। ਕਾਜਲ ਦੀ ਹਾਲਤ ਅਜਿਹੀ ਸੀ ਕਿ ਜੇ ਉਸ ਦਾ ਭਰਾ ਉਸ ਨੂੰ ਛੱਤ ਨਾਲ ਉਲਟਾ ਲਟਕਣ ਲਈ ਕਹਿੰਦਾ ਤਾਂ ਸ਼ਾਇਦ ਉਹ ਵੀ ਨਾ ਕਰਦੀ। ਪਰ ਇਹ ਸਭ ਕੀ ਸੀ ਅਤੇ ਕੀ ਹੋ ਰਿਹਾ ਸੀ ਮੈਨੂੰ ਨਹੀਂ ਪਤਾ ਸੀ। ਰਾਤ ਨੂੰ ਇਸ ਤਰ੍ਹਾਂ ਚੁੱਪਚਾਪ ਪਰਤਿਆ ਅਤੇ ਆਪਣੇ ਕਮਰੇ ਵਿੱਚ ਜਾ ਕੇ ਲੇਟ ਗਿਆ, ਅਤੇ ਅਗਲੀ ਰਾਤ ਫਿਰ ਮੈਂ ਕਿਸੇ ਤਰ੍ਹਾਂ ਕਾਜਲ ਨੂੰ ਭਰਾ ਦੇ ਕਮਰੇ ਵਿੱਚ ਨਾ ਜਾਣ ਦਿੱਤਾ। ਜਿਵੇਂ ਹੀ ਉਹ ਉੱਠ ਕੇ ਤਿਆਰ ਹੋਣ ਲੱਗੀ ਤਾਂ ਮੈਂ ਝੱਟ ਮੰਜੇ ਤੋਂ ਉੱਠ ਕੇ ਉਸ ਦਾ ਹੱਥ ਫੜ ਲਿਆ ਕਿ ਉਸ ਨੂੰ ਬਿਠਾਇਆ ਅਤੇ ਕਿਹਾ ਕਿ ਅੱਜ ਰਾਤ ਤੂੰ ਕਮਰੇ ਤੋਂ ਬਾਹਰ ਨਹੀਂ ਜਾਣਾ। ਮੇਰੇ ਲਹਿਜੇ ਅਤੇ ਅੰਦਾਜ਼ੇ ਨੂੰ ਦੇਖ ਕੇ ਉਹ ਚੁੱਪ ਹੋ ਗਈ। ਫਿਰ ਕੁਝ ਸਮੇਂ ਬਾਅਦ ਉਹ ਬੈੱਡ 'ਤੇ ਬੁਰੀ ਤਰ੍ਹਾਂ ਤੜਫਣ ਲੱਗੀ। ਉਸ ਦੀ ਹਾਲਤ ਵਿਗੜ ਗਈ ਸੀ। ਫਿਰ ਉਹ ਮੇਰੇ ਨਾਲ ਝੁਕ ਗਈ। ਲੱਗਦਾ ਸੀ ਜਿਵੇਂ ਉਹ ਕੁਝ ਪਲਾਂ ਦਾ ਮਹਿਮਾਨ ਹੋਵੇ। ਮੈਂ ਘਬਰਾ ਗਿਆ ਕਿ ਮੈਂ ਉੱਚੀ ਉੱਚੀ ਰੋਣ ਲੱਗ ਪਿਆ। ਮੇਰੀ ਆਵਾਜ਼ ਸੁਣ ਕੇ ਮੇਰਾ ਭਰਾ ਕਮਰੇ 'ਚੋਂ ਬਾਹਰ ਨਿਕਲ ਕੇ ਮੇਰੇ ਕੋਲ ਆਇਆ ਅਤੇ ਕਾਜਲ ਦੀ ਹਾਲਤ ਦੇਖ ਕੇ ਉਸ ਨੇ ਮੈਨੂੰ ਜਾ ਕੇ ਉਸ ਨੂੰ ਆਪਣੇ ਕਮਰੇ 'ਚ ਲੇਟਣ ਲਈ ਕਿਹਾ। ਭਰਾ ਦੀ ਆਵਾਜ਼ ਸੁਣ ਕੇ ਮੈਂ ਗੁੱਸੇ ਨਾਲ ਕਿਹਾ ਕਿ ਕਾਜਲ ਦੀ ਹਾਲਤ ਬਹੁਤ ਖਰਾਬ ਹੈ। ਮੈਂ ਉਸ ਨੂੰ ਤੁਹਾਡੇ ਕਮਰੇ ਵਿੱਚ ਕਿਉਂ ਲੈ ਜਾਵਾਂ? ਮੈਂ ਉਸ ਨੂੰ ਹਸਪਤਾਲ ਲੈ ਜਾਣਾ ਹੈ। ਭਰਾ ਕਹਿਣ ਲੱਗਾ ਕਿ ਇਸ ਦਾ ਇਲਾਜ ਹਸਪਤਾਲ ਵਿੱਚ ਨਹੀਂ, ਮੇਰੇ ਕਮਰੇ ਵਿੱਚ ਹੈ। ਜੋ ਮੈਂ ਕਹਾਂ ਉਹ ਕਰੋ। ਉਸ ਦਾ ਲਹਿਜਾ ਇੰਨਾ ਸਖਤ ਸੀ ਕਿ ਮੈਂ ਕਾਜਲ ਨੂੰ ਉਸ ਦੇ ਕਮਰੇ ਵਿੱਚ ਲੈ ਗਿਆ ਅਤੇ ਉਸ ਨੂੰ ਉਸ ਦੇ ਬਿਸਤਰੇ 'ਤੇ ਲਿਟਾ ਦਿੱਤਾ। ਪਹਿਲਾਂ ਉਸ ਨੇ ਮੈਨੂੰ ਕਮਰੇ ਤੋਂ ਬਾਹਰ ਨਿਕਲਣ ਦਾ ਹੁਕਮ ਦਿੱਤਾ ਅਤੇ ਉਹ ਖੁਦ ਵੀ ਨਹੀਂ ਜਾਣਦਾ ਸੀ ਕਿ ਉਹ ਉਹਨਾਂ ਨਾਲ ਕਮਰੇ ਵਿੱਚ ਬੰਦ ਹੋਣ ਤੋਂ ਬਾਅਦ ਕੀ ਕਰ ਰਿਹਾ ਹੈ। ਪਰ ਕੁਝ ਸਮੇਂ ਬਾਅਦ ਜਦੋਂ ਕਾਜਲ ਆਪਣੇ ਕਮਰੇ ਤੋਂ ਬਾਹਰ ਆਈ ਤਾਂ ਉਹ ਪਹਿਲਾਂ ਵਾਂਗ ਬਿਲਕੁਲ ਠੀਕ ਸੀ। ਮੈਂ ਉਸ ਨੂੰ ਚੰਗੀ ਤਰ੍ਹਾਂ ਦੇਖ ਕੇ ਬਹੁਤ ਹੈਰਾਨ ਅਤੇ ਖੁਸ਼ ਵੀ ਸੀ, ਪਰ ਇਹ ਗੱਲ ਮੇਰੀ ਸਮਝ ਤੋਂ ਬਾਹਰ ਸੀ। ਭਰਾ ਨੇ ਉਸ ਨਾਲ ਕੀ ਕੀਤਾ ਹੈ? ਪਿਛਲੀਆਂ ਰਾਤਾਂ ਜੋ ਕੁਝ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਉਹ ਸਭ ਕੁਝ ਵਿਸ਼ਵਾਸ ਕਰਨ ਯੋਗ ਨਹੀਂ ਸੀ, ਅਤੇ ਅੱਜ ਜੋ ਕੁਝ ਵਾਪਰਿਆ ਉਸ ਨੇ ਮੇਰੇ ਹੋਸ਼ ਉਡਾ ਦਿੱਤੇ। ਮੈਂ ਬਹੁਤ ਡਰਿਆ ਹੋਇਆ ਸੀ ਕਿਉਂਕਿ ਮੇਰੇ ਲਈ ਕਾਜਲ ਦੇ ਨੂੰ ਦਰਦ ਵਿੱਚ ਅਤੇ ਫਿਰ ਹਰ ਲੰਘਦੀ ਰਾਤ ਦੇ ਨਾਲ ਦੇਖਣਾ ਬਹੁਤ ਮੁਸ਼ਕਲ ਸੀ। ਮੈਨੂੰ ਅਹਿਸਾਸ ਹੋਇਆ ਕਿ ਰਾਤ ਨੂੰ
ਮੈਂ ਕਾਜਲ ਨੂੰ ਭਾਈ ਦੇ ਕਮਰੇ ਵਿੱਚ ਜਾਣ ਤੋਂ ਰੋਕਦਾ ਸੀ। ਉਸ ਦੀ ਹਾਲਤ ਇਸ ਤਰ੍ਹਾਂ ਵਿਗੜ ਜਾਂਦੀ ਸੀ। ਮੈਨੂੰ ਵਾਪਸ ਆਏ ਨੂੰ 15 ਦਿਨ ਤੋਂ ਵੱਧ ਹੋ ਗਏ ਸਨ, ਪਰ ਕਾਜਲ ਨੇ ਮੇਰੇ ਨਾਲ ਇੱਕ ਰਾਤ ਵੀ ਨਹੀਂ ਬਿਤਾਈ। ਸਗੋਂ ਉਹ ਹਰ ਰਾਤ ਭਰਾ ਦੇ ਕਮਰੇ ਵਿੱਚ ਜਾਂਦੀ ਸੀ ਅਤੇ ਮੈਂ ਇਹ ਸਭ ਦੇਖ ਕੇ ਵੀ ਅਣਜਾਣ ਹੋ ਜਾਂਦਾ ਸੀ। ਮੇਰੀ ਥਾਂ ਕੋਈ ਹੋਰ ਹੁੰਦਾ ਤਾਂ ਉਹ ਸਿੱਧਾ ਆਪਣੇ ਭਰਾ ਦਾ ਗਲਾ ਫੜ ਕੇ ਪਤਨੀ ਨੂੰ ਕਟਹਿਰੇ ਵਿੱਚ ਖੜਾ ਕਰ ਦਿੰਦਾ। ਪਰ ਮੁੱਦਾ ਇਹ ਸੀ ਕਿ ਮੈਨੂੰ ਰਿਸ਼ਤੇ ਟੁੱਟਣ ਦਾ ਡਰ ਸੀ। ਮਾਂ-ਬਾਪ ਦੇ ਜਾਣ ਤੋਂ ਬਾਅਦ ਮੇਰਾ ਵੱਡਾ ਭਰਾ ਮੇਰੇ ਲਈ ਸਭ ਕੁਝ ਸੀ ਅਤੇ ਕਾਜਲ ਹੀ ਮੇਰਾ ਪਿਆਰ, ਮੇਰੀ ਜ਼ਿੰਦਗੀ ਸੀ। ਪਰ ਇਹ ਜਾਣਨ ਲਈ ਉਹ ਜੋ ਕੁਝ ਵੀ ਇਕੱਠੇ ਕਰ ਰਹੇ ਸਨ, ਉਹ ਪਿੱਛੇ ਕੀ ਕਾਰਨ ਸੀ। ਮੈਂ ਘਰ ਛੱਡ ਕੇ ਸਿੱਧਾ ਆਪਣੀ ਭਰਜਾਈ ਦੇ ਘਰ ਚਲਾ ਗਿਆ, ਕਿਉਂਕਿ ਇੱਥੇ ਮੇਰੀ ਪਿੱਠ ਪਿੱਛੇ ਜੋ ਕੁਝ ਵੀ ਹੋਇਆ ਸੀ, ਜੇ ਕਿਸੇ ਨੂੰ ਇਸ ਬਾਰੇ ਕੁਝ ਪਤਾ ਸੀ ਤਾਂ ਉਹ ਮੇਰੀ ਭਾਬੀ ਨੂੰ। ਜਦੋਂ ਮੈਂ ਭਾਬੀ ਦੇ ਦਰਵਾਜ਼ੇ 'ਤੇ ਗਿਆ ਅਤੇ ਮੈਂ ਉਸ ਦਾ ਦਰਵਾਜ਼ਾ ਖੜਕਾਇਆ, ਭਾਬੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਮੈਨੂੰ ਦੇਖ ਕੇ ਪਹਿਲਾਂ ਤਾਂ ਬਹੁਤ ਹੈਰਾਨ ਹੋਈ ਅਤੇ ਫਿਰ ਖੁਸ਼ੀ-ਖੁਸ਼ੀ ਮੇਰਾ ਹੱਥ ਫੜ ਕੇ ਘਰ ਦੇ ਅੰਦਰ ਲੈ ਗਈ ਅਤੇ ਕਿਹਾ, ਮੈਂ ਤੁਹਾਨੂੰ ਬਹੁਤ ਯਾਦ ਕੀਤਾ। ਮੈਂ ਪਿਛਲੇ 2 ਮਹੀਨਿਆਂ ਤੋਂ ਇੱਥੇ ਹਾਂ ਅਤੇ ਤੁਹਾਡਾ ਭਰਾ ਇੱਕ ਵਾਰ ਵੀ ਮੈਨੂੰ ਦੇਖਣ ਲਈ ਨਹੀਂ ਆਇਆ। ਮੈਂ ਹੈਰਾਨ ਹੋ ਕੇ ਪੁੱਛਿਆ ਕਿ ਤੁਸੀਂ ਠੀਕ ਮਹਿਸੂਸ ਕਰ ਰਹੇ ਹੋ? ਮੈਨੂੰ ਦੱਸਿਆ ਸੀ ਕਿ ਤੁਸੀਂ ਬਿਮਾਰ ਹੋ। ਭਾਬੀ ਨੇ ਮੁਸਕਰਾ ਕੇ ਮੇਰੇ ਵੱਲ ਦੇਖਿਆ ਅਤੇ ਕਿਹਾ ਕਿ ਮੈਂ ਬਿਮਾਰ ਨਹੀਂ ਹਾਂ, ਪਰ ਇਹ ਲੋਕ ਮੈਨੂੰ ਬਿਮਾਰ ਕਰ ਰਹੇ ਹਨ। ਉਹਨਾਂ ਲੋਕਾਂ ਨੂੰ ਇਲਾਜ ਦੀ ਲੋੜ ਹੈ, ਮੈਨੂੰ ਨਹੀਂ। ਭਾਬੀ ਦਾ ਅੰਦਾਜ਼ ਬੜਾ ਅਜੀਬ ਸੀ। ਮੈਂ ਕਿਹਾ, ਭਾਬੀ ਸੱਚ ਦੱਸ, ਮੇਰੇ ਪਿੱਛੇ ਕੀ ਹੋਇਆ? ਜਦੋਂ ਤੋਂ ਮੈਂ ਇੱਥੇ ਆਇਆ ਹਾਂ, ਮੈਂ ਭਰਾ ਅਤੇ ਕਾਜਲ ਦਾ ਰਵੱਈਆ ਦੇਖ ਕੇ ਬਹੁਤ ਪਰੇਸ਼ਾਨ ਹਾਂ। ਮੇਰੀ ਪਤਨੀ ਹੁਣ ਮੇਰੀ ਨਹੀਂ ਰਹੀ। ਜੇ ਮੈਂ ਜਾਵਾਂ ਤਾਂ ਕਿੱਥੇ ਜਾਵਾਂ? ਮੈਨੂੰ ਪਰੇਸ਼ਾਨ ਦੇਖ ਕੇ ਭਾਬੀ ਨੇ ਮੈਨੂੰ ਦਿਲਾਸਾ ਦਿੱਤਾ ਅਤੇ ਕਹਿਣ ਲੱਗੀ ਕਿ ਸਭ ਠੀਕ ਹੋ ਜਾਵੇਗਾ, ਤੁਸੀਂ ਚਿੰਤਾ ਨਾ ਕਰੋ। ਅਤੇ ਫਿਰ ਭਾਬੀ ਨੇ ਮੈਨੂੰ ਅਜਿਹਾ ਰਾਜ ਦੱਸਿਆ ਜਿਸ ਨੇ ਮੈਨੂੰ ਹਿਲਾਉਣ ਦਿੱਤਾ। ਜੋ ਮੈਂ ਦੇਖ ਰਿਹਾ ਸੀ ਉਹ ਨਹੀਂ ਸੀ। ਸਾਰੀ ਹਕੀਕਤ ਨੂੰ ਜਾਣਦਿਆਂ ਮੈਂ ਲਗਭਗ ਆਪਣੀ ਜਾਨ ਗਵਾ ਬੈਠਾ। ਅੱਜ ਮੇਰੀ ਭਰਜਾਈ ਕੋਲ ਆ ਕੇ ਪਤਾ ਲੱਗਾ ਕਿ ਸਭ ਕੁਝ ਠੀਕ ਨਹੀਂ ਸੀ, ਸਗੋਂ ਪੂਰੀ ਤਰ੍ਹਾਂ ਵਿਗੜ ਗਿਆ ਸੀ। ਭਾਬੀ ਨੇ ਦੱਸਿਆ ਕਿ ਇੱਕ ਦਿਨ ਜਦੋਂ ਕਾਜਲ ਨੇ ਮੈਨੂੰ ਰੋਂਦੇ ਹੋਏ ਬੁਲਾਇਆ ਤਾਂ ਅਸਲ ਵਿੱਚ ਉਹ ਬਹੁਤ ਪਰੇਸ਼ਾਨ ਸੀ, ਕਿਉਂਕਿ ਭਾਈ ਨੇ ਉਸ 'ਤੇ ਜਾਦੂ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਦੀ ਸਿਹਤ ਬਹੁਤ ਖਰਾਬ ਹੋਣ ਲੱਗੀ ਸੀ। ਮੇਰਾ ਭਰਾ ਨਹੀਂ ਚਾਹੁੰਦਾ ਸੀ ਕਿ ਮੇਰਾ ਵਿਆਹ ਹੋ ਜਾਵੇ, ਕਿਉਂਕਿ ਉਹ ਮੇਰੇ ਭੇਜੇ ਪੈਸਿਆਂ ਨਾਲ ਸ਼ਹਿਰ ਵਿੱਚ ਆਪਣੇ ਨਾਮ 'ਤੇ ਜਾਇਦਾਦ ਬਣਾ ਰਿਹਾ ਸੀ ਅਤੇ ਉਹ ਨਹੀਂ ਚਾਹੁੰਦਾ ਸੀ ਕਿ ਮੇਰਾ ਪਰਿਵਾਰ ਹੋਵੇ। ਇਸ ਲਈ ਉਹਨਾਂ ਨੇ ਮੇਰਾ ਵਿਆਹ ਕਰਵਾ ਦਿੱਤਾ। ਪਰ ਮੈਂ ਵਾਪਸ ਅਮਰੀਕਾ ਚਲਾ ਗਿਆ ਤਾਂ ਭਾਬੀ ਮੇਰੀ ਪਤਨੀ ਨੂੰ ਭਰਾ ਦੇ ਨਾਪਾਕ ਇਰਾਦਿਆਂ ਤੋਂ ਨਾ ਬਚਾ ਸਕੀ ਅਤੇ ਭਰਾ ਨੇ ਮੇਰੀ ਪਤਨੀ ਨੂੰ ਕਈ ਤਰ੍ਹਾਂ ਨਾਲ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਪਰ ਜਦੋਂ ਕਾਜਲ ਪਰੇਸ਼ਾਨੀ ਨੂੰ ਬਰਦਾਸ਼ਤ ਕਰਦੀ ਰਹੀ ਤਾਂ ਉਸ ਨੇ ਕਾਲਾ ਜਾਦੂ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਾਜਲ ਨੂੰ ਆਪਣੇ ਕਾਬੂ ਵਿੱਚ ਕਰ ਲਿਆ। ਤੂਫਾਨ ਦੇ ਵਿਚਕਾਰ ਉਹ ਆਪਣੇ ਜਾਦੂ ਦੀ ਉਮੀਦ ਵਿੱਚ ਕਾਜਲ ਨੂੰ ਵਰਤਦਾ ਸੀ। ਕਦੇ ਉਹ ਉਸ ਦੇ ਹੱਥ ਸਾੜਦਾ ਸੀ, ਕਦੇ ਉਹ ਉਸ ਨੂੰ ਪੜ ਕੇ ਪਰੇਸ਼ਾਨ ਕਰਦਾ ਸੀ ਅਤੇ ਇਸ ਲਈ ਉਹ ਅਜਿਹਾ ਰੌਲਾ ਪਾਉਂਦੀ ਸੀ, ਪਰ ਉਹ ਕਦੇ ਉਸ ਦੇ ਵਿਰੁੱਧ ਨਹੀਂ ਗਿਆ ਸੀ। ਭਰਾ ਉਸ 'ਤੇ ਕਾਲਾ ਜਾਦੂ ਕਰ ਰਿਹਾ ਸੀ ਤਾਂ ਜੋ ਉਹ ਸਿਰਫ ਉਮਰ ਭਰ ਲਈ ਉਸ ਦੀ ਗੁਲਾਮ ਬਣ ਜਾਵੇ। ਉਹ ਬੇਔਲਾਦ ਹੀ ਰਹੇਗੀ। ਜਦੋਂ ਭਰਜਾਈ ਨੇ ਭਰਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਭਰਾ ਨੇ ਉਸ ਦੀ ਗੱਲ ਨਹੀਂ ਸੁਣੀ, ਜਿਸ ਕਾਰਨ ਭਰਜਾਈ ਗੁੱਸੇ 'ਚ ਘਰੋਂ ਚਲੀ ਗਈ। ਭਰਾ ਧਨ ਦੌਲਤ ਦੇ ਲਾਲਚ ਵਿੱਚ ਇੰਨਾ ਅੰਨਾ ਹੋ ਗਿਆ ਕਿ ਉਸ ਨੇ ਸਾਰਾ ਰਿਸ਼ਤਾ ਦਾਅ 'ਤੇ ਲਗਾ ਦਿੱਤਾ। ਕਾਜਲ ਵੀ ਇਸ ਜਾਦੂ ਦੇ ਪ੍ਰਭਾਵ ਵਿੱਚ ਹਰ ਰਾਤ ਮੇਰੇ ਭਰਾ ਦੇ ਕਮਰੇ ਵਿੱਚ ਜਾਂਦੀ ਸੀ ਅਤੇ ਜੇ ਉਹ ਉਹਨਾਂ ਦੇ ਕਮਰੇ ਵਿੱਚ ਨਾ ਜਾਂਦੀ ਤਾਂ ਉਸ ਦੀ ਸਿਹਤ ਵਿਗੜ ਜਾਂਦੀ। ਇਹ ਸਭ ਸੁਣ ਕੇ ਮੇਰੀ ਜਾਨ ਨਿਕਲ ਗਈ। ਫਿਰ ਭਾਬੀ ਨੇ ਮੈਨੂੰ ਉਸ ਜਾਦੂਗਰ ਦਾ ਪਤਾ ਦਿੱਤਾ ਜਿਸ ਨਾਲ ਭਰਾ ਇਹ ਸਭ ਕਰਵਾ ਰਿਹਾ ਸੀ। ਭਾਬੀ ਨੇ ਕਿਹਾ ਕਿ ਜੇਕਰ ਤੁਸੀਂ ਉਸ ਜਾਦੂਗਰ ਨੂੰ ਆਪਣੇ ਭਰਾ ਨਾਲੋਂ ਵੱਧ ਪੈਸੇ ਦੇ ਦਿਓ ਤਾਂ ਉਹ ਜ਼ਰੂਰ ਤੁਹਾਡੇ ਕੰਮ ਆਵੇਗਾ ਅਤੇ ਸਭ ਕੁਝ ਠੀਕ ਹੋ ਜਾਵੇਗਾ। ਮੈਂ ਉਹੀ ਕੰਮ ਕੀਤਾ ਅਤੇ ਉਸ ਜਾਦੂਗਰ ਨੂੰ ਬਹੁਤ ਸਾਰੇ ਪੈਸੇ ਦਿੱਤੇ ਤਾਂ ਪਤਾ ਨਹੀਂ ਉਸ ਨੇ ਕੀ ਕੀਤਾ, ਭਰਾ ਦਾ ਜਾਦੂ ਉਲਟਾ ਪੈ ਗਿਆ। ਕਾਜਲ ਨੇ ਆਪਣੇ ਕਮਰੇ 'ਚ ਜਾਣਾ ਬੰਦ ਕਰ ਦਿੱਤਾ ਸੀ, ਪਰ ਹੁਣ ਹਰ ਰਾਤ ਉਸ ਦੇ ਕਮਰੇ 'ਚੋਂ ਉਸ ਦੇ ਚੀਕਣ ਦੀ ਆਵਾਜ਼ ਆਉਣ ਲੱਗੀ ਸੀ। ਕੁਝ ਦਿਨ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਿਹਾ ਅਤੇ ਫਿਰ ਇੱਕ ਦਿਨ ਭਾਈ ਨੇ ਆਪ ਹੀ ਸਾਡੇ ਪੈਰੀਂ ਪੈ ਗਿਆ
ਅਤੇ ਸਾਡੇ ਤੋਂ ਮਾਫੀ ਮੰਗੀ ਕਿਉਂਕਿ ਉਹ ਬਹੁਤ ਮੁਸੀਬਤ ਵਿੱਚ ਸੀ ਅਤੇ ਇਸ ਮੁਸੀਬਤ ਵਿੱਚੋਂ ਨਿਕਲਣਾ ਚਾਹੁੰਦਾ ਸੀ, ਪਰ ਉਸ ਤੋਂ ਵੱਖ ਹੋ ਗਿਆ। ਮੈਂ ਅਮਰੀਕਾ ਦੀ ਨੌਕਰੀ ਹਮੇਸ਼ਾ ਲਈ ਛੱਡ ਦਿੱਤੀ ਸੀ ਅਤੇ ਕਾਜਲ ਨਾਲ ਵੱਖਰੇ ਘਰ ਵਿੱਚ ਸ਼ਿਫਟ ਹੋ ਗਿਆ ਸੀ। ਕਈ ਵਾਰ ਪੈਸਾ ਅਤੇ ਜਾਇਦਾਦ ਕਿਸੇ ਵਿਅਕਤੀ ਤੋਂ ਰਿਸ਼ਤਾ ਖੋਹ ਲੈਂਦੀ ਹੈ ਅਤੇ ਮੇਰੇ ਨਾਲ ਵੀ ਅਜਿਹਾ ਹੀ ਹੋਇਆ ਹੈ। ਜਾਇਦਾਦ ਦੇ ਲਾਲਚ ਕਾਰਨ ਮੇਰੇ ਭਰਾ ਨੇ ਹਰ ਰਿਸ਼ਤਾ ਤੋੜ ਦਿੱਤਾ ਸੀ। ਨਾ ਤਾਂ ਭਾਬੀ ਨਾਲ ਸੀ ਤੇ ਨਾ ਕਾਜਲ। ਤੁਸੀਂ ਅੱਜ ਦੀ ਦੁਨੀਆ ਵਿੱਚ ਅਜੇ ਲਾਲਚੀ ਲੋਕ ਵੀ ਦੇਖੇ ਹਨ ਜੋ ਦੌਲਤ ਤੋਂ ਪਹਿਲਾਂ ਰਿਸ਼ਤਿਆਂ ਦੀ ਪਰਵਾਹ ਨਹੀਂ ਕਰਦੇ। ਹੁਣ ਮੈਂ ਤੇ ਕਾਜਲ ਅਸੀਂ ਦੋਹਾਂ ਨੇ ਆਪਣੀ ਵੱਖਰੀ ਦੁਨੀਆ ਵਸਾ ਲਈ ਸੀ। ਹੁਣ ਮੈਂ ਇਲਾਹਾਬਾਦ ਵਿੱਚ ਹੀ ਕੰਮ ਕਰਦਾ ਸੀ। ਮੈਂ ਕਾਜਲ ਨੂੰ ਇਕੱਲੇ ਛੱਡ ਕੇ ਕਿਸੇ ਵੀ ਸ਼ਹਿਰ ਵਿੱਚ ਕਿਤੇ ਵੀ ਨਹੀਂ ਜਾਵਾਂਗਾ। ਦੋਸਤੋ, ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।